ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਗੁਰੂ हम संतन की रेन प्यारे, हम संतन की शरणा। संत हमारी ओट सतानी, संत हमारा गहना। सुत अपराध करत हैं, जननी चीत न राखस तेते, जननी चीत न राखस तेते। रामैया हाँ बारक तेरा, काहे ना खंडस अवगुण मेरा। रामैया हाँ बारक तेरा, काहे ना खंडस अवगुण मेरा, काहे ना खंडस अवगुण मेरा। मैं नीवें मेरा मुर्शद उच्चा, ते मैं उच्चियां दे संग लाई। कुर्बान जावां उन्हां उच्चियां दे, ते जिन्हां नीवियां दे नाल निभाई। हम संतन की रेन प्यारे, हम संतन की सरना। संत हमारी ओट स्थानी, संत हमारा गहना। महिमा साधु संग की सुन हो मेरे मीता। मैल कोई कोट अगरे, निर्मल पे चिता। अंतर की गत तुद पैसारी, तुद जे वडे अवर ना कोई। जिसनो लाए लह सो लागे, भगत तुहारा सोई।
घर बाहर तेरा परवासा, तू जन के है संग। कर कृपा प्रीतम प्रभ अपने, नाम जपो हर रंग। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰ। ਬੋਲਿਆ ਕਰੋ ਸ਼ਲੋਕ। ਜਿਹਨਾਂ ਸ਼ਲੋਕ ਨਹੀਂ ਬੋਲਣਾ ਉਹਦਾ ਪਿੱਛੇ ਕਰ ਦੇ। ਤੁਧ ਆਗੇ ਅਰਦਾਸ ਹਮਾਰੀ, ਜਿਹੜੇ ਕੀਰਤਨ 'ਚ ਬੋਲਣ ਵਾਲੀ ਅੱਗੇ ਬਿਠਾਓ। ਜਿਹੜੇ ਕੀਰਤਨ 'ਚ ਜੀਓ ਬੋਲਦੀ ਪਿੰਡ ਸਭ ਤੇਰਾ, ਬਾਕੀ ਪਿੱਛੇ ਕਹੋ ਕਰ ਦੇ। ਨਾਨਕ ਸਭ ਤੇਰੀ ਵਡਿਆਈ। ਪਿੱਛੇ ਹੋ ਜਾ ਉੱਠ ਕੇ। ਕੋਈ ਨਾਉ ਨਾ ਜਾਣੈ ਵੀਰਾ। पूरा प्रभ आराध्या, पूरा जा का नाम। नानक पूरा पाया, पूरे के गुण गाओ। ਮੇਲ ਲਿਓ ਦਇਆਲ ਟੈ ਪੈ ਦੁਆਰਿਆ, ਰੱਖ ਲੇਵੋ ਦੀਨ ਦਇਆਲ ਪਰਮਤ ਬਹੁ ਹਾਰਿਆ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਧੰਨ ਗੁਰੂ ਨਾਨਕ, 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 धन गुरु नानक, ਧੰਨ ਗੁਰੂ ਨਾਨਕ, धन गुरु नानक, ਧੰਨ ਗੁਰੂ ਨਾਨਕ, धन गुरु नानक, ਧੰਨ ਗੁਰੂ ਨਾਨਕ, 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 धन गुरु नानक, ਧੰਨ ਗੁਰੂ ਨਾਨਕ। धन गुरु नानक। ਸਾਰੇ ਬੋਲੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚੋ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ सच जुगाद सच, ਹੈ ਵੀ ਸਚ ਨਾਨਕ ਹੋਸੀ ਵੀ ਸਚ। ਜਿਨ੍ਹਾਂ ਦੇ ਭਾਗ ਜਾਗੇ ਆ ਉਹ ਪੁੱਛੋ ਸਾਹਿਬ ਪਹੁੰਚੇ। ਤੇ ਅੱਗੇ ਹੈ ਪਹਿਰੇਦਾਰਾਂ ਦੀ ਡਿਊਟੀ। ਪੁੱਛੋ ਦੇ ਵਿੱਚ ਹੈ ਬਾਬਾ ਜੀ ਦੇ ਪਹਿਰੇਦਾਰਾਂ ਦੀ ਡਿਊਟੀ। ਜਿਨ੍ਹਾਂ ਦੇ ਭਾਗ ਜਾਗੇ ਆ ਉਹ ਪੁੱਛੋ ਸਾਹਿਬ ਪਹੁੰਚੇ। ਹੁਣ ਭਾਈ ਤੁਹਾਡੀ ਪਹਿਰੇਦਾਰਾਂ ਦੀ ਡਿਊਟੀ ਹੈ। ਜਿਹੜੇ ਆ ਕਮਾਂਡੋ ਵਾਲੇ ਪੁਲਿਸ ਵਾਲੇ ਆਪਦੇ ਪੁੰਨ ਬਣਾਓ। ਸਾਰੀ ਪੂਰੀ ਚੈਕਿੰਗ ਕਰੋ ਸਾਰੇ ਸਥਾਨ ਦੀ ਕਿ ਕਿਹੜਾ ਸੁੱਤਾ ਤਾਂ ਨਹੀਂ ਰਹਿ ਗਿਆ ਕੋਈ। ਉਹਨਾਂ ਨੂੰ ਜਗਾਓ। ਬਾਬਾ ਜੀ ਦੀ ਸਖਤਾਈ ਪੂਰੀ ਹੁੰਦੀ ਸੀ। ਇੱਕ ਮਿੰਟ ਸੁਣ ਲਓ ਜਿਹੜੇ ਪਹਿਰੇਦਾਰ ਨੇ।
ਜਾ ਕੇ ਕਮਰਿਆਂ ਦੀ ਲਿਸਟ ਬਣਾ ਕੇ ਲਿਆਓ, ਕਿਹੜੇ ਕਮਰੇ 'ਚ ਕਿਹੜਾ ਸੁੱਤਾ ਪਿਆ, ਕਿੱਥੋਂ ਆਇਆ, ਤੇ ਗਾਂ ਤਾਂ ਫਿਰ ਉਹਦਾ ਨਾਂ ਕੱਟ ਦਿਆਂਗੇ, ਉਹਨੂੰ ਕਮਰਾ ਇੱਥੇ ਦੇਣਾ ਨਹੀਂ ਗਾ, ਉਹ ਫਿਰ ਬਾਹਰ ਹੀ ਰਹੇਗਾ ਤੇ ਜਾਗਦਾ ਰਹੇਗਾ। ਇਹ ਕਮਰੇ ਇੱਥੇ ਇਸ ਕਰਕੇ ਨਹੀਂ ਕਿ ਤੁਸੀਂ ਗੁਰੂ ਨਾਲ ਹੀ ਟੁੱਟੇ ਰਹੋ, ਇਹ ਕਮਰੇ ਇਸ ਕਰਕੇ ਆ ਵੀ ਥੋੜਾ ਬਹੁਤਾ ਕਿਰਿਆ ਇਸ਼ਨਾਨ ਪਾਣੀ ਸੋਧ ਲਓ, ਵਿਹਲੇ ਸਮੇਂ 'ਚ ਆਰਾਮ ਕਰ ਲਓ, ਕਮਾਈ ਕਰ ਲਓ। ਕਈ ਬੱਚੇ ਪੜ੍ਹਦੇ ਹੁੰਦੇ ਆ ਨਾ, ਸਿੱਧੇ ਸਕੂਲ 'ਚ ਆਉਂਦੇ ਆ, ਤੇ ਕਈ ਸਕੂਲ ਦੇ ਵਿੱਚ ਹੀ ਰਹਿੰਦੇ ਆ। ਜਿਹੜੇ ਵਿੱਚ ਰਹਿੰਦੇ ਉਹਨਾਂ ਦਾ ਖਰਚਾ ਜ਼ਿਆਦਾ ਹੁੰਦਾ ਹੈ, ਉਹਨਾਂ ਨੂੰ ਦੂਰਾ ਪੜ੍ਹਾਈ ਦਾ ਦੂਰਾ ਖਰਚ ਪੈਂਦਾ ਹੈ, ਨਾਲੇ ਉਹਨਾਂ ਨੂੰ ਰਿਹਾਇਸ਼ ਦਾ ਹੁੰਦਾ ਹੈ ਤੇ ਨਾਲ ਪੜ੍ਹਾਈ ਦਾ। ਬਾਬਾ ਜੀ ਦਾ ਹੁਕਮ ਹੈ ਵੀ ਸਖਤਾਈ ਰੱਖਣੀ। ਇਹ ਜਿੰਨੇ ਗੁਰਮੁਖ ਪਿਆਰੇ ਇੱਥੇ ਆ ਨਾ, ਮੈਂ ਸਾਰਿਆਂ ਨੂੰ ਕਿਹਾ ਭਾਈ ਤੁਹਾਡੇ ਸਾਰਿਆਂ ਦੇ ਹੱਥਾਂ ਵਿੱਚ ਮਾਲਾ ਹੋਣੀ ਜ਼ਰੂਰੀ ਹੈ। ਇਹਨੂੰ ਫੇਰੋ, ਨਾਮ ਜਪੋ, ਥੋੜਾ ਜਿਹਾ ਉਦਮ ਕਰਨਾ ਪੈਂਦਾ। ਉਦਮ ਦੇ ਅੱਗੇ ਸਭ ਕੁਝ ਨੱਠਿਆ ਹੁੰਦਾ। ਉਦਮ ਕਰੋ ਵਡ ਭਾਗੀਓ, ਉਦਮ ਕਰ ਹਰ ਜਾਪੜ, ਉਦਮ ਕਰੋ ਅਠ ਨੀਤ। ਜਿਹੜਾ ਵੀ ਤੁਹਾਡੇ ਉਠਾਇਆ ਉੱਠ ਪਿਆ, ਉਹਨੇ ਸੁੱਤੇ ਰਹਿਣਾ ਸੀ, ਉਹਨਾਂ ਤੁਹਾਨੂੰ ਹੀ ਮਿਲਣਾ ਹੈ। ਸਾਨੂੰ ਪਤਾ ਸਾਡਾ ਸਰੀਰ ਬਹੁਤ ਭਾਰਾ ਹੈ। ਹੁਣ ਕਈ ਵਾਰੀ ਮਨ ਕਹਿੰਦਾ ਹੁੰਦਾ ਵੀ, ਕਹਿੰਦਾ ਪੈ ਜਾਓ, ਕੋਈ ਨਹੀਂ, ਆਰਾਮ ਕਰ ਲਓ, ਕੋਈ ਨਹੀਂ ਹੁੰਦਾ। ਫਿਰ ਮਨ ਨਾਲ ਨਿਬੜਨਾ ਪੈਂਦਾ। ਕਹਿੰਦੇ ਸੰਤ ਦਾ ਰੋਜ਼ ਮਨ ਡੋਲਦਾ ਸੀ ਵੀ ਪੂੜੀਆਂ ਖਾਣੀਆਂ, ਛੋਲੇ ਖਾਣੇ। ਆ ਸ਼ਹਿਰ ਬਾਜ਼ਾਰ 'ਚ ਮੈਂ ਕਿ ਜੀ ਲੰਘਦਿਆਂ ਮਿਲਦੀ ਸੀ, ਉਸ ਤਰ੍ਹਾਂ ਸੁੱਕਾ ਟੁੱਕਰ ਮੰਗ ਕੇ ਖਾਂਦੇ ਸੀ। ਇੱਕ ਦਿਨ ਪ੍ਰੋਗਰਾਮ ਬਣਾ ਲਿਆ ਵੀ ਅੱਜ ਪੂੜੀਆਂ ਛੋਲੇ। ਮਹਾਤਮਾ ਸੀ, ਮਨ ਨੂੰ ਸਮਝਾਉਣ ਵਾਲੇ ਸੀ। ਮਨ ਸਮਝਾਵਣ ਕਾਰਨੇ ਕਛ ਕੂ ਪੜ੍ਹੀਏ ਗਿਆਨ। ਕਹਿੰਦੇ ਇਹ ਮੂਰਖ ਮਨ ਨੂੰ ਸਮਝਾਉਣ ਵਾਸਤੇ ਗਿਆਨ ਪੜ੍ਹਨਾ। ਮੂਰਖ ਮਨ ਸਮਝਾਓ ਆਖੋ ਕੀਤੜਾ। ਸੰਤਾਂ ਨੇ ਕਿਹਾ ਚੱਲ ਵੀ ਛਕ। ਤੂੰ ਕਹਿੰਦੇ ਰੋਜ਼ ਹੀ ਕਹਿੰਦਾ ਸੀ ਪੂੜੀਆਂ ਛੋਲੇ, ਹਾਂ ਹੋਰ ਛਕ ਲਾ। ਖੁੱਲਾ ਆਰਡਰ ਦੇ ਕੇ ਨਾ, ਮਨ ਕਹਿੰਦਾ ਨਹੀਂ ਜੀ ਬਸ ਰੱਜ ਕੇ। ਕਹਿੰਦੇ ਨਹੀਂ ਹੋਰ। ਹੁਣ ਜਦੋਂ ਫਿਰ ਜ਼ਿਆਦੀਆਂ ਅੰਦਰ ਗਈਆਂ ਤੇ ਬਾਹਰ ਹੀ ਆਉਣੀਆਂ ਸੀ। ਜਦੋਂ ਬਾਹਰ ਨੂੰ ਆ ਗਈਆਂ ਖਾਧੀਆਂ, ਕਹਿੰਦੇ ਖਾ ਹੁਣ ਆਹ ਪੂੜੀਆਂ ਹੀ ਨੇ, ਹੋਰ ਕੀ ਹੈ। ਤੂੰ ਰੋਜ਼ ਇਹਨਾਂ ਪਿੱਛੇ ਤੋੜ ਛੱਡਿਆ ਸੀ ਆਪਣੇ ਥਾਂ ਤੋਂ, ਮੈਨੂੰ ਹਿਲਾਉਂਦਾ ਸੀ। ਮਨ ਜਿਹੜਾ ਇਹ ਕਹਿੰਦੇ ਨੇ ਆਪੇ ਹੀ ਸਮਝ ਆਏਗਾ। ਮਨ ਵਸ ਨਾਵੇ ਨਾਨਕਾ ਜੇ ਪੂਰਨ ਕਿਰਪਾ। ਮਨ ਜਿਹੜਾ ਹੈ ਹਰਾਮੀ ਹੁੰਦਾ ਹੈ। ਜਾਓ ਪਹਿਰੇਦਾਰ ਸਾਰੇ ਜਿੰਨੇ ਆ ਸਾਰੇ ਕਮਰਿਆਂ 'ਚ ਲਿਸਟ ਵੀ ਬਣਾ ਲਈ ਦੀ। ਫਿਰ ਅਸੀਂ ਵੀ ਹਿਸਾਬ ਕਿਤਾਬ ਕਰੀਦਾ। ਫਿਰ ਜਿਹੜੇ ਨਹੀਂ ਆਏ, ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਜੋ ਸਤਿਗੁਰ ਸੰਗਤ ਨਹੀਂ ਆਏ। ਜਿਹੜੇ ਸੰਗਤ ਵਿੱਚ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ੍ਹਾਂ ਦੇ ਭਾਗ
ਉਹ ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ। ਨਸੀਬਾਂ ਵਾਲੇ ਸਤਸੰਗ ਦੀਆਂ ਦੋ ਘੜੀਆਂ ਕਰਦੇ। ਭਾਗ ਜਿਨ੍ਹਾਂ ਦੇ ਮਾੜੇ ਦਿੱਤੀ ਬਾਂਗ ਤੋਂ ਨਹੀਂ ਜਾਗਦੇ। ਰੋਲਾ ਪਾਉਂਦੇ ਆ, ਆਵਾਜ਼ ਦਿੰਦੇ ਆ, ਖੜਕਾ ਕਰਦੇ, ਚਲੋ ਭਾਈ। ਦਰਵਾਜ਼ੇ ਵੀ ਭੰਨਦੇ ਆ ਸੇਵਾਦਾਰ, ਉੱਠੋ ਭਾਈ ਉੱਠੋ, ਜਾ ਕੇ ਸੰਗਤ 'ਚ ਹਾਜ਼ਰੀ ਭਰੋ। ਪਹਿਲੀ ਗੱਲ ਤਾਂ ਪੂਰੀ ਰਾਤ ਬੈਠਿਆ ਕਰੋ ਤੇ ਪੂਰਾ ਦਿਨ ਸੌੜਿਆ ਕਰੋ। ਸਵੇਰੇ ਉੱਠਦਿਆਂ ਹੀ ਲੰਗਰ ਪਾਣੀ ਤਿਆਰ ਹੁੰਦਾ ਹੈ ਤੇ ਛਕ ਕੇ ਸੌਂ ਗਏ। ਜਦੋਂ ਤੁਹਾਡੀ ਨੀਂਦਰ ਪੂਰੀ ਹੋ ਗਈ ਤੇ ਉੱਠ ਪਈ। ਇਹ ਰਾਤ ਦਾ ਲਾਹਾ ਲੈ ਲਿਆ ਕਰੋ ਰਹਿਣ ਸਬਾਈਆਂ। ਸਾਰੇ ਮਹਾਂਪੁਰਸ਼ ਦੂਰੋਂ ਦੂਰੋਂ ਆਉਂਦੇ ਆ ਤੇ ਉਹਨਾਂ ਦੇ ਆਉਂਦਿਆਂ ਹਾਲ ਭਰਿਆ ਹੋਵੇ। ਮੇਰੇ ਆਉਣ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਪਹੁੰਚ ਹੀ ਜਾਂਦੇ ਜੀ। ਮੇਰੇ ਕੋਲ ਡੰਡਾ ਹੈਗਾ ਨਾ ਇੱਕ, ਕਹਿੰਦੇ 4 ਵੇਦ ਆਏ ਦਰਗਾਹ 'ਚੋਂ ਤੇ 5ਵਾਂ ਆਇਆ ਡੰਡਾ। ਜਿਹੜਾ ਵੇਦਾਂ ਦੀ ਬਾਣੀ ਨਾਲ ਨਾ ਸਮਝੇ ਉਹਦਾ ਡੰਡਾ ਕੱਢੇ ਕੰਡਾ। ਉਹਨਾਂ ਕੋਲ 4 ਵੇਦ ਹੈ, ਮੇਰੇ ਕੋਲ ਨਾਲ ਡੰਡਾ ਹੈ। ਇਸ ਕਰਕੇ ਮੇਰੇ ਤੋਂ ਪਹਿਲਾਂ ਤੁਸੀਂ ਬਹਿ ਜਾਂਦੇ ਸਾਰੇ ਆਣ ਕੇ। ਇਹ ਡੰਡਾ ਜਿਹੜਾ ਵੇਦਾਂ ਤੋਂ ਵੀ ਕਹਿੰਦੇ ਗਿਆਨ ਅੱਗੇ ਦਾ। ਮਹਾਂਪੁਰਸ਼ਾਂ ਕੋਲ ਜਿੰਨੇ ਕਹਿੰਦੇ ਨੇ ਇਹ ਸੇਵਕ ਤੇ ਬੱਚਾ ਕਹਿੰਦੇ ਚੰਡੇ ਹੋਏ ਕੰਮ ਆਉਂਦੇ ਆ, ਉਸ ਤਰ੍ਹਾਂ ਵਿਗੜ ਜਾਂਦੀ ਆ। ਤੇ ਸਾਰੀ ਸੰਗਤ ਸਾਡੀ ਭਗਤੀ ਤੁਹਾਡੇ ਨਾਲ ਹੀ, ਸੰਗਤ ਦੇ ਨਾਲ ਹੀ। ਮੇਰੀ ਜ਼ਿੰਦਗੀ 'ਚ 3-4 ਘਟਨਾ ਵਾਪਰੀਆਂ ਜਿਹੜਾ ਮੈਂ ਕਿਹਾ ਵੀ ਇਹ ਸਾਰਾ ਕੁਝ ਛੱਡ ਦਿਓ ਤੇ ਪਹਾੜਾਂ 'ਚ ਜਾ ਕੇ ਬਹਿ ਜਾਓ। ਫਿਰ ਬਾਬਾ ਜੀ ਨੇ ਫਿਰ ਸਮਝਾਇਆ ਵੀ ਉੱਥੇ ਗੁਫਾ 'ਚ ਤੇਰੀ ਕੋਈ ਗੱਲ ਨਹੀਂ ਮੰਨੀ, ਆ ਸੰਗਤ 'ਚ ਹੀ ਮੱਥਾ ਮਾਰ ਬਸ। ਉੱਠ ਫਰੀਦਾ ਗਵਨ ਕਰ, ਦੁਨੀਆ ਦੇਖਣ ਜਾ ਇਹਨਾਂ 'ਚ ਹੀ ਰਹਿ। ਇੱਥੇ ਹੀ ਕੋਈ ਬਖਸ਼ਿਆ ਹੋਇਆ ਮਿਲ ਗਿਆ ਤੇ ਤੂੰ ਵੀ ਬਖਸ਼ਿਆ ਜਾਏਗਾ। ਕਹਿੰਦੇ ਪਾਰਸ ਨਹੀਂ ਕਿਸੇ ਵੇਖਿਆ, ਪਾਰਸ ਕਰਦਾ ਲੋਹੇ ਤੋਂ ਸੋਨਾ, ਪਰ ਲੋਹੇ ਤੋਂ ਸੋਨਾ ਕਈਆਂ ਦਾ ਹੋਇਆ। ਉਹ ਭੇਡਾਂ ਦੀਆਂ ਬੱਕਰੀਆਂ ਦੀ ਖੁਰੀਆਂ ਲੋਹੇ ਦੀਆਂ ਲਾਉਂਦੇ ਆ, ਪਹਾੜਾਂ 'ਚ ਘੁਮਾਉਂਦੇ ਆ, ਜਿੱਥੇ ਪਾਰਸ ਪਤਾ ਨਹੀਂ ਲੱਗਦਾ। ਉਹਦੀ ਇੱਕ ਚਿੰਗ ਦੇ ਨਾਲ ਹੀ ਸੋਨਾ ਬਣ ਜਾਂਦਾ। ਕਹਿੰਦੇ ਇਸ ਤਰ੍ਹਾਂ ਪੱਥਰਾਂ ਦੇ ਵਿੱਚ ਪਾਰਸ ਨਹੀਂ ਲੱਭਦਾ। ਜੇ ਤੂੰ ਕਿਸੇ ਗੁਫਾ 'ਚ ਵੜ ਜਾਏਗਾ, ਇਹ ਵਿੱਚੋਂ ਹੀ ਮਿਲਣਾ ਹੈ ਘੁੰਮ ਫਿਰ ਕੇ। ਇਹ ਜਿਹੜਾ ਪਾਰਸ ਹੈ ਕਹਿੰਦੇ ਸਵਾਂਤੀ ਬੂੰਦ ਬੂੰਦਾਂ ਵਿੱਚ ਹੀ ਆਉਂਦੀ ਹੈ, ਕੋਈ ਸਪੈਸ਼ਲ ਨਹੀਂ ਆਉਂਦੀ ਵੀ ਇੱਥੇ ਆਏਗੀ ਤੇ ਇੱਥੇ ਸੈਟਿੰਗ ਕਰ ਦੇ। ਉਹ ਤ੍ਰਿਪਤ ਕਰ ਜਾਂਦੀ, ਬੰਦੇ ਨੂੰ ਰਾਜਾ ਬਣਾ ਦਿੰਦੀ ਜੇ ਉੱਤੇ ਡਿੱਗ ਪਵੇ। ਇਹ ਸੁਣਿਆ ਸਾਰਾ ਕੁਝ। ਇਸ ਕਰਕੇ ਜਿਹੜੀ ਗੱਲ ਬਣਨੀ ਹੈ ਨਾ ਉਹ ਸੰਗਤ ਦੇ ਵਿੱਚ, ਸੰਗਤ 'ਚ ਹੀ ਮਨ ਸੁਧਰਦਾ ਹੈ। ਸੰਗਤ ਵਿੱਚ ਹੀ, ਘਰ ਦੇ ਵਿੱਚ ਹੀ ਬੱਚਾ ਜੰਮਦਾ ਹੈ, ਘਰ ਵਿੱਚ ਹੀ ਵੱਡਾ ਹੁੰਦਾ ਹੈ, ਘਰ ਵਿੱਚ ਹੀ ਔਗਣ ਕਰਦਾ ਹੈ, ਘਰ ਵਿੱਚ ਹੀ ਗੁਣ ਕਰਦਾ ਹੈ, ਗਲਤੀਆਂ ਵੀ ਕਰਦਾ ਹੈ, ਚੰਗੇ ਕੰਮ ਵੀ ਕਰਦਾ ਹੈ। ਇਵੇਂ ਇਹਦੇ ਤੇ ਕਿਰਪਾ ਹੁੰਦੀ ਹੈ।
ਇਸ ਕਰਕੇ ਸਾਡਾ ਜਿਹੜਾ ਨਿਤਨੇਮ ਹੈ ਉਹ ਨਾਲ ਹੀ ਹੈ ਸੰਗਤਾਂ ਦੇ, ਆਪਣਾ ਸਾਰਿਆਂ ਦਾ ਸਾਂਝਾ ਹੀ ਹੈ। ਤੇ ਸਾਰੀ ਸੰਗਤ ਤੋਂ ਕਿਣਕਾ ਕਿਣਕਾ ਮਿਲ ਜੇ ਫਿਰ ਸਾਡਾ ਵੀ ਭਲਾ ਹੋ ਜਾਂਦਾ ਹੈ। ਸਾਰਿਆਂ ਨੇ ਨਾਮ ਜਪਣਾ ਹੈ, ਬਾਣੀ ਪੜ੍ਹਨੀ। ਇੱਥੇ ਆਇਆਂ ਨੂੰ ਕੋਸ਼ਿਸ਼ ਕਰਿਆ ਕਰੋ ਸਾਰੇ ਪਹਿਰੇਦਾਰ ਕਿ ਇੱਥੇ ਆ ਕੇ ਕੋਈ ਸੁੱਤਾ ਨਾ ਰਹੇ ਜੀ। ਜ਼ਰੂਰ ਸੰਗਤ ਦੇ ਵਿੱਚ ਆ ਕੇ ਬੈਠੇ। ਇੱਥੇ ਬਾਬਾ ਜੀ ਉਡੀਕਦੇ ਨੇ, ਕਹਿੰਦੇ ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਮਨ ਜ਼ਰੂਰ ਢਿੱਲਾ ਪੈਂਦਾ ਹੈ ਤੇ ਮਨ ਨੂੰ ਢਿੱਲਿਆ ਨਹੀਂ ਪੈਣ ਦੇਣਾ। ਇਵੇਂ ਕਿਸੇ ਨਾ ਕਿਸੇ ਗੁਰਮੁਖ ਦੇ ਉਪਰਾਲੇ ਦੇ ਨਾਲ ਫਿਰ ਹਰ ਕੋਈ ਲਾਹਾ ਖੱਟ ਲੈਂਦਾ। ਝੋਲੀਆਂ ਭਰੋ ਸੰਗਤ ਦੇ ਵਿੱਚ। ਇਹ ਜਿਹੜੇ ਸੰਗਤ ਵਿੱਚ ਆਨੰਦ ਲਏ ਹੋਏ, ਇਹ ਸਮੇਂ ਜਦੋਂ ਮਿਲਦੇ ਆ ਨਾ, ਉਦੋਂ ਹੀ ਮਿਲਦੇ ਆ। ਕਈ ਵਾਰੀ ਐਸਾ ਵਿਛੋੜਾ ਪੈ ਜਾਂਦਾ ਹੈ, ਸੰਗਤ ਤੋਂ ਬੰਦਾ ਦੂਰ ਚਲਾ ਜਾਂਦਾ, ਫਿਰ ਸੰਗਤ ਨਹੀਂ ਮਿਲਦੀ, ਰੋਂਦਾ ਵੀ ਹੈ, ਅਰਦਾਸਾਂ ਵੀ ਕਰਦਾ ਹੈ, ਬੇਨਤੀਆਂ ਵੀ ਕਰਦਾ ਹੈ ਗੁਰੂ ਅੱਗੇ ਕਿ ਮੈਨੂੰ ਸੰਗਤ ਮਿਲੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਸੰਗਤ ਮਿਲਾਓ। ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ, ਸੰਗਤ ਹੰਸ ਕਰਾਈਏ। ਜਿਹੜੀ ਸੰਗਤ ਦੇ ਨਾਲ ਕਾਵਾਂ ਤੋਂ ਹੰਸ ਬਣਦੇ ਆ, ਉਹ ਸੰਗਤ ਬਣਾਓ। ਸਮਾਂ ਗਵਾ ਕੇ ਫਿਰ ਨਹੀਂ ਲੱਭਣ। ਅੱਗੇ ਆ ਜਾਓ ਭਾਈ ਸਾਰੇ, ਇੱਥੇ ਹੋ ਜਾਓ, ਅੱਗੇ ਤੱਕ ਹੋ ਜਾਓ। ਅੱਗੇ ਸਿਆਣੇ ਮੁੰਡੇ ਬੈਠਾ ਕੇ ਜੇ ਅੱਗੇ ਬਹਿਣਾ ਤੇ ਬੋਲਿਆ ਕਰੋ ਪੂਰੀ। ਇੱਥੇ ਬਹਿ ਜਾਓ, ਜ਼ੋਰ ਲਾ ਕੇ ਬੋਲਣਾ ਜੀ। ਸਾਡੇ ਨਾਲ ਆਵਾਜ਼ ਵੱਧ ਕੱਢਣੀ। ਪੜ੍ਹ ਲਓ ਇੱਕ ਵਾਰੀ। ਨਹੀਂ ਉਹ ਲੱਭਣੇ ਲਾਲ ਗਵਾਚੇ, ਜੇ ਸਮਾਂ ਗਵਾਏਗਾ ਹੱਥਾਂ ਵਿੱਚੋਂ ਲਾਲ ਗਵਾ ਕੇ। ਹੁਣ ਮਿੱਟੀ ਨਾ ਫਰੋਲ ਜੋ ਗਿਆ, ਇਹ ਮਿੱਟੀ ਫਰੋਲਣੀ ਹੈ, ਸਮਾਂ ਸੰਭਾਲਿਆ ਨਹੀਂ। ਪੁੱਛੋ ਸਾਹਿਬ ਵੀ ਪਹੁੰਚ ਗਿਆ, ਪਰ ਕਰਮ ਇੰਨੇ ਮਾੜੇ ਸੀ ਕਿ ਇੱਥੇ ਆ ਕੇ ਸੰਗਤ ਵਿੱਚ ਨਹੀਂ ਆ ਸਕਿਆ। ਦੀਵਾਨ 'ਚ ਸੋਚਿਆ ਵੀ ਸੀ ਸਾਰੀ ਰਾਤ ਲਾਹਾ ਖੱਟਾਂਗੇ, ਪਰ ਲਾਹਾ ਲੈਣ ਵੇਲੇ ਇਹਦੇ ਕਰਮਾਂ ਨੇ ਸਾਥ ਨਹੀਂ ਦਿੱਤਾ। ਇਹਦੇ ਕਰਮ ਸੁੱਤੇ ਰਹਿ ਗਏ ਤੇ ਹੁਣ ਸੁੱਤਿਆਂ ਦੇ ਭਾਗ ਸਤਿਗੁਰੂ ਜਗਾਉਂਦੇ ਨੇ। ਹਿੰਮਤ ਕਰਿਆ ਕਰੋ ਸੇਵਾਦਾਰ ਪਹਿਰੇਦਾਰ, ਕਿ ਕਿਸੇ ਪੱਖ ਦਾ ਆਦਮੀ ਉਹ ਨਾ ਰਹਿ ਜੇ। ਸਾਰਿਆਂ ਨੂੰ ਬੇਨਤੀ ਹੈ, ਕਿਸੇ ਵੀ ਕਾਰਨ ਕੋਈ ਇੱਥੇ ਸੇਵਾ 'ਚ ਲੱਗਿਆ ਹੈ ਨਾ, ਜਾਂ ਕੋਈ ਪਸ਼ੂਆਂ ਦੇ ਲੱਗਿਆ ਹੈ, ਜਾਂ ਇੱਧਰ ਬਿਜਲੀ ਦੇ ਲੰਗਰ ਦੇ ਸਾਰਿਆਂ ਕੰਮਾਂ 'ਚ ਲੱਗਿਆ, ਉਹ ਭਾਈ ਸੰਗਤ ਵਿੱਚ ਜ਼ਰੂਰ ਆਇਆ ਕਰੋ। ਜਿਹੜੀ ਵਸਤੂ ਇੱਥੋਂ ਮਿਲਣੀ, ਕਿਰਪਾ ਹੋਣੀ ਹੈ ਨਾ, ਉਹ ਬਾਬਾ ਜੀ ਨੇ ਇੱਥੇ ਹੀ ਕਰਨੀ। ਪੜੋ ਸਾਰੇ। ਨਹੀਂਓ ਲੱਭਣੇ, ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ, ਹਾਂ।
ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ ਜੀ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਜੀ ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਜੀ ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਜੀ ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਹਾਂ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ ਨਹੀਂਓ ਲੱਭਣੇ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਪੋ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਵਾਹਿਗੁਰੂ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ
ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸਚ ਵਾਹਿਗੁਰੂ। ਕੋਈ ਗੁਰਮੁਖ ਕਿਵੇਂ ਵੀ ਗੁਣ ਗਾਵੇ, ਕਿਵੇਂ ਵੀ ਸੰਗਤ ਚ ਆ ਜਾਏ, ਪਾਰ ਉਤਾਰਾ ਹੁੰਦਾ। ਕਈ ਬੁਰਾ ਸੋਚ ਕੇ ਆਏ ਪਰ ਉਹਨਾਂ ਦੀਆਂ ਬੁਰਾਈਆਂ ਖਤਮ ਹੋ ਗਈਆਂ। ਕਹਿੰਦੇ ਨਾਮ ਜਿਹੜਾ ਹੈ ਸੰਗਤ ਹੈ ਬੜੀ ਉੱਤਮ ਹੈ। ਇੱਥੇ ਕਾਮ ਹੀ ਹੰਸ ਹੁੰਦੇ ਨੇ, ਜਿਤ ਨਾਤੇ ਕਉਆ ਹੰਸ ਹੋਏ। ਸਭ ਤੋਂ ਵੱਡੀ ਵਡਿਆਈ ਸਾਧ ਸੰਗਤ ਦੀ ਹੈ, ਜਿੰਦੇ ਵਿੱਚ ਆਪਾਂ ਜੁੜੇ ਬੈਠੇ ਹਾਂ। ਕਹਿੰਦੇ ਨੇ ਇੱਕ ਘੜੀ ਦਾ ਸਤਸੰਗ 100 ਸਾਲ ਦੇ ਬਰਾਬਰ। ਸੱਚੀ ਬੈਸਿਕ ਤਿਨਾ ਸੰਗ ਜਿਨ ਸੰਗ ਜਪੀਏ ਨਾਉ, ਤਿਨ ਸੰਗ ਸੰਗ ਨਾ ਕੀਚੀ ਨਾਨਕ ਜਿਨ੍ਹਾਂ ਆਪਣਾ ਸੁਭਾਅ। ਗੁਰੂ ਦੀ ਸੰਗਤ ਸੱਚੀ। ਇੱਥੇ ਬੈਠ
ਮਨ ਜੋੜ ਗੁਰੂ ਦੇ ਚਰਨਾਂ 'ਚ। ਹਿੰਮਤ ਕਰਕੇ ਆ, ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਸਾਧ ਸੰਗਤ ਵਿੱਚ ਜਨਮ ਮਰਨ ਮਿਟਦਾ ਹੈ। ਬਹੁਤ ਵਡਿਆਈ ਦੱਸੀ ਇਸ ਸੰਗਤ ਦੀ, ਗੁਰੂ ਦੇ ਚਰਨਾਂ ਵਿੱਚ ਬੈਠਣ ਦੀ, ਆਉਣ ਦੀ। ਇਹ ਪਰਤਿਆਈਆਂ ਹੋਈਆਂ ਘੜੀਆਂ ਨੇ ਕਿ ਇਸ ਘੜੀ ਦੇ ਵਿੱਚ ਕਿੰਨਾ ਕੁ ਬਲ ਹੈ ਜਿਹੜਾ ਆਪਾਂ ਸੰਗਤ ਵਿੱਚ ਜੁੜ ਕੇ ਬੈਠਦੇ। ਇਹਦਾ ਬਹੁਤ ਵੱਡਾ ਬਲ ਹੈ, ਬਹੁਤ ਵੱਡੀ ਸ਼ਕਤੀ ਸੰਗਤ ਵਿੱਚ ਬੈਠਣ ਦੀ। ਇੱਕ ਘੜੀ ਜਿਵੇਂ ਕਹਿੰਦੇ ਜੇ ਖੂਹ ਚੱਲੇਗਾ, ਖੂਹ ਕਿੰਨਾ ਕੁ ਪਾਣੀ ਦੇਵੇਗਾ। ਕਹਿੰਦੇ ਜੇ ਮੀਂਹ ਪੈ ਜੇ ਤੇ ਮੀਂਹ ਨਾਲ ਕਿੰਨਾ ਫਾਇਦਾ ਹੋਏਗਾ। ਮੀਂਹ ਨੇ ਜਲ ਥਲ ਕਰਦੀ, ਖੂਹ ਨੇ 2-4 ਖੇਤ ਹੀ ਭਰੇ। ਇਸੇ ਤਰ੍ਹਾਂ ਜਿਹੜੇ ਕੱਲੇ ਕੱਲੇ ਆਪਣਾ ਕਰਦੇ ਆ ਨਾ, ਉਹ ਬੰਦ ਭਗਤੀ ਹੈ, ਬੰਦਗੀ। ਇਹ ਸਤਸੰਗ ਸੰਗਤ ਦੇ ਵਿੱਚ ਮੀਂਹ ਪੈਂਦਾ, ਮੀਂਹ ਸਾਰੇ ਖੇਤ ਭਰੇ ਜਾਂਦੇ ਆ। ਖੂਹ ਦੇ ਨਾਲ 2-4 ਹੀ ਖੇਤ ਭਰੇ ਜਾਂਦੇ ਆ। ਇੱਥੇ ਇੱਕ ਘੰਟਾ ਸੰਗਤ ਵਿੱਚ ਬੈਠੇ, 2 ਘੰਟੇ ਬੈਠੇ, ਸਾਰੀ ਰਾਤ ਬੈਠੇ, ਲਾਹਾ ਖੱਟ ਕੇ ਲੈ ਗਏ। ਅਸੀਂ ਪਹਿਰੇਦਾਰਾਂ ਕੋਲ ਗਏ, ਉਹ ਬੈਠੇ ਅੱਗ ਸੇਕ ਰਹੇ ਸੀ, ਪਹਿਰਾ ਦੇ ਰਹੇ ਸੀ। ਮੈਂ ਕਿਹਾ ਭਾਈ ਤੁਹਾਡੀਆਂ ਮਾਲਾ ਕਿੱਥੇ ਆ? ਮਾਲਾ ਫੇਰੋ। ਇੱਥੇ ਬਹਿ ਕੇ ਨਾਮ ਜਪੋਗੇ ਨਾ ਰਾਤ ਨੂੰ, ਇਹ ਬੰਦਗੀ। ਨਹੀਂ ਤਾਂ ਤੁਸੀਂ ਇੱਥੇ ਸਾਡੀਆਂ ਲੱਕੜਾਂ ਫੂਕ ਜਾਓਗੇ, ਪਾਥੀਆਂ ਫੂਕ ਜਾਓਗੇ, ਤੇ ਪੱਲੇ ਕੁਝ ਪੈਣਾ ਨਹੀਂ ਜੇ ਨਾਮ ਨਾ ਜਪਿਆ। ਮੈਂ ਕਿਹਾ ਐਵੇਂ ਲੱਕੜਾਂ ਪਾਥੀਆਂ ਨਾ ਫੂਕੋ। ਮਹਾਂਪੁਰਸ਼ ਲੱਕੜਾਂ ਪਾਥੀਆਂ ਫੂਕਦੇ ਆ, ਪਰ ਵਿੱਚ ਬਹਿ ਕੇ ਧੂਣੀਆਂ ਤਪਾ ਕੇ ਜਪ ਤਪ ਕਰਦੇ ਆ, ਉਹ ਸਾਧੂ ਬਣ ਜਾਂਦੇ ਆ। ਉਹ ਸਾਧੂ ਦੀ ਧੂਣੀ ਦੀ ਰਾਖ ਵੀ ਰੋਗਾਂ ਨੂੰ ਮਿਟਾਉਂਦੀ। ਇੱਥੇ ਬਾਬਾ ਜੀ ਦੇ ਘਰ ਵਿੱਚ ਰਾਤ ਨੂੰ ਧੂਣੀ ਤਪਾ ਕੇ ਜੇ ਬੈਠਦੇ ਜੇ ਤੇ ਸਾਧੂ ਬਣ ਕੇ ਬੈਠੋ। ਤੁਹਾਡੇ ਹੱਥ ਵਿੱਚ ਮਾਲਾ ਹੋਵੇ ਜਿੰਦੇ ਨਾਲ ਤੁਸੀਂ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਕਰੀ ਜਾਓ। ਇੱਥੇ ਧੂਣੀ ਜੇ ਤਪਾ ਕੇ ਬੈਠੇ ਆ, ਜੇ ਚੁੱਲ੍ਹੇ ਅੱਗੇ ਬੈਠੇ ਆ, ਚੁੱਲ੍ਹੇ ਦੀ ਵੀ, ਚੁੱਲ੍ਹੇ ਦੀਆਂ ਵੀ ਬਾਣੀ 'ਚ ਪੰਕਤੀਆਂ ਨੇ। ਕਹਿੰਦੇ ਸਾਧ ਸੰਗਤ ਦੇ ਚੁੱਲ੍ਹੇ 'ਚ ਅੱਗ ਬਾਲਣ ਵਾਲਾ ਵੀ ਸਭ ਤੋਂ ਉੱਚਾ ਹੈ, ਉਹਦੇ ਬਰਾਬਰ ਨਹੀਂ ਕੋਈ। ਪਾਣੀ ਪੀ, ਚੱਕੀ ਪੀਸਣ ਵਾਲਾ, ਪਾਣੀ ਢੋਣ ਵਾਲਾ, ਜਿਹੜੀਆਂ ਵੀ ਸੇਵਾ ਕਰਨੀਆਂ ਨੇ ਤਨ ਮਨ ਤੇ ਸ਼ਰਧਾ ਦੇ ਨਾਲ ਕਰੋ। ਭਾਵਨਾ ਨਾਲ ਸੇਵਾ ਕੀਤੀ ਹੋਈ ਇੱਕ ਦਾਣਾ ਹਜ਼ਾਰਾਂ ਦਾਣਾ ਦੇ ਬਰਾਬਰ ਹੋ ਜਾਏਗਾ। ਹਜ਼ਾਰਾਂ ਦਾਣਿਆਂ ਦੇ ਇੱਕ ਕਿਣਕਾ ਮਣਾ ਦੇ ਬਰਾਬਰ ਹੋਵੇਗਾ। ਕਿਣਕਾ ਇੱਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਾਂਖੀ ਏਕੇ ਦਰਸਤ ਹਾਰੋ ਨਾਨਕੁਣ ਸੰਗ ਮੋਹਿ ਅਧਾਰ। ਭਾਵਨਾ ਦੇ ਨਾਲ ਕਦਮ ਪੱਟੋ, ਫਲ ਮਿਲਦਾ ਹੈ।
ਲਾਪਰਵਾਹੀ ਨਾਲ ਆਓ ਫਲ ਨਹੀਂ ਮਿਲਦਾ। ਭਾਵਨਾ ਸ਼ਰਧਾ ਨਾਲ ਗੁਰੂ ਘਰ ਵਿੱਚ ਰਵੋ ਫਲ ਮਿਲਦਾ ਹੈ। ਐਵੇਂ ਹੋਸ਼ੇ ਹੋ ਕੇ ਲਗੇ ਫਿਰ ਉਹ ਨਹੀਂ ਫਲ ਮਿਲਦਾ। ਭਾਵਨਾ ਨਾਲ ਸੇਵਾ ਕੀਤੀ ਤੇ ਫਲ ਮਿੱਠੇ ਨੇ ਭਾਵਨਾ ਦੇ। ਐਵੇਂ ਕਹਿੰਦੇ ਸੇਵਾ ਕੀਤੀ ਨਾਮ ਨਹੀਂ ਜਪਿਆ ਗੱਲ ਨਹੀਂ ਬਣੀ। ਇਹ ਜਿਹੜੇ ਭਾਵਨਾ ਸ਼ਰਧਾ ਦੇ ਨਾਲ ਜਦੋਂ ਗੁਰੂ ਨਾਨਕ ਦੇ ਘਰ ਨੂੰ ਚੱਲੋ, ਹੁਣ ਇਹ ਬਾਬਾ ਜੀ ਦਾ ਸਥਾਨ ਤੁਸੀਂ ਇਹਨੂੰ ਕੀ ਦਰਜਾ ਦਿਓਗੇ? ਪਰ ਮੈਂ ਗੁਰੂ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਨਤੀ ਕਰਕੇ ਪੁੱਛਦਾ ਵੀ ਸੱਚੇ ਪਾਤਸ਼ਾਹ ਤੁਸੀਂ ਦੱਸੋ ਬਾਬਾ ਜੀ ਦਾ ਪੁੱਛੋ ਵਾਲਾ ਸਥਾਨ ਇਹਦਾ ਕੀ ਦਰਜਾ ਹੈ ਸੰਸਾਰ 'ਚ? ਇਹਦਾ ਇਸ ਦਾ ਦਰਜਾ ਕੀ ਹੈ? ਇਹਨੂੰ ਛੋਟਾ ਮੋਟਾ ਸਥਾਨ ਨਾ ਸਮਝਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੋ ਜੀ ਇਹ ਥਾਂ ਦਾ ਦਰਜਾ ਕੀ ਹੈ? ਇੱਥੇ ਮਹਾਂਪੁਰਸ਼ਾਂ ਨੇ ਨਾਮ ਜਪਿਆ ਹੈ। ਅੱਜ ਸੰਗਤਾਂ ਜਪ ਰਹੀਆਂ ਨੇ। ਗੁਰੂ ਅਰਜਨ ਸਾਹਿਬ ਜੀ ਦੱਸੋ ਇਸ ਥਾਂ ਦਾ ਦਰਜਾ ਕਿਹੜਾ ਹੈ? ਉਹ ਕੀ ਆਖਣਗੇ? ਸਗਲ ਥਾਨ ਤੇ ਉਤਮ ਥਾਨ, ਨਾਨਕ ਜਿਹ ਘਟ ਵਸੇ ਹਰ ਨਾਮ। ਪੜੋ, ਸਗਲ ਥਾਨ ਤੇ ਉਤਮ ਥਾਨ, ਨਾਨਕ ਜਿਹ ਘਟ ਵਸੇ ਹਰ ਨਾਮ। ਕਹਿੰਦੇ ਜਿੱਥੇ ਹਰੀ ਦਾ ਨਾਮ ਵਸਦਾ ਹੈ ਨਾ, ਇਹ ਸਾਰੀਆਂ ਥਾਵਾਂ ਤੋਂ ਵੱਡਾ ਥਾਂ ਹੈ ਜੀ। ਉਹਨਾਂ ਨੇ ਦੱਸਿਆ ਵੀ ਧਰਮ ਕਿਹੜਾ ਵੱਡਾ ਹੈ। ਸਗਲ ਧਰਮ ਸ਼ੇਸ਼ ਧਰਮ। ਕਿਰਿਆ ਮਰਜ਼ਾਦਾ ਕਿਹੜੀ ਵੱਡੀ ਹੈ? ਉਦਮ ਕਿਹੜਾ ਵੱਡਾ ਹੈ? ਸਗਲ ਉਦਮ ਉਦਮ ਭਲਾ ਹਰ ਕੋ ਨਾਮ ਜਪੋ ਜੀ। ਬਾਣੀ ਕਿਹੜੀ ਵੱਡੀ ਹੈ? ਸਾਰਿਆਂ ਵਾਸਤੇ ਦੱਸਿਆ ਵੀ ਬਾਣੀ ਕਿਹੜੀ ਵੱਡੀ, ਉਦਮ ਕਿਹੜਾ ਵੱਡਾ ਹੈ, ਧਰਮ ਕਿਹੜਾ ਵੱਡਾ ਹੈ, ਮਰਜ਼ਾਦਾ ਕਿਹੜੀ ਵੱਡੀ ਤੇ ਥਾਂ ਕਿਹੜਾ ਵੱਡਾ ਹੈ। ਨਿਰਣਾ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ। ਇਸ ਕਰਕੇ ਬਾਬਾ ਖੇਮ ਸਿੰਘ ਜੀ ਮਹਾਰਾਜ ਕਹਿੰਦੇ ਸੀ ਜੇ ਸਾਨੂੰ ਪੁੱਛੋ ਕਿ ਪੁੱਛੋ ਵਾਲਾ ਸਥਾਨ ਕੀ ਚੀਜ਼ ਹੈ, ਤੇ ਭਾਈ ਫਿਰ ਸਾਡਾ ਤਾਂ ਦਿਲ ਕਹਿੰਦਾ ਇਹਦੇ ਨਾਲੋਂ ਵੱਡਾ ਕੋਈ ਵੀ ਨਹੀਂ। ਇਹ ਸਭ ਤੋਂ ਵੱਡਾ ਹੈ। ਇਹ ਸਭ ਤੋਂ ਵੱਡਾ ਸਥਾਨ ਹੈ। ਸਭ ਤੋਂ ਵੱਡਾ ਹੈ। ਸਗਲ ਥਾਨ ਤੇ ਉਤਮ ਥਾਨ, ਨਾਨਕ ਜਿਹੇ ਘਟ ਬਸੇ ਹਰ ਨਾਮ। ਬਸ ਕਮਾਈਆਂ ਕਰ। ਮਹਾਂਪੁਰਸ਼ ਖੁਸ਼ ਹੁੰਦੇ ਆ ਵੇਖ ਕੇ। ਝਾਤੀਆਂ ਪਾਉਂਦੇ ਆ ਤੇ ਪ੍ਰਸੰਨ ਹੁੰਦੇ ਨੇ ਸੰਗਤ ਨਾਮ ਜਪਦੀ ਨੂੰ ਵੇਖ ਕੇ। ਜਾਂਦੇ ਨਹੀਂ ਕਿਤੇ। ਬਾਬਾ ਮਾਹਰ ਨਾਮ ਸਿੰਘ ਜੀ ਐਸੇ ਬਾਬਾ ਮਾਹਰ ਨਾਮ ਸਿੰਘ, ਉਹਨਾਂ ਨੇ ਕਿਹਾ ਸੀ ਅਸੀਂ ਪੁਰੀਆਂ ਦੀ ਯਾਤਰਾ ਕਰਕੇ ਆਉਣੀ ਹੈ 100 ਸਾਲ, ਫਿਰ ਆਵਾਂਗੇ 100 ਸਾਲ ਬਾਅਦ। ਐਸਾ ਲਿਖਿਆ ਇਤਿਹਾਸ। ਪਰ ਉਹ ਇੰਨੇ ਵੱਡੇ ਆ, ਦੋ ਰੂਪ ਦੱਸੇ ਨੇ ਮਹਾਂਪੁਰਸ਼ਾਂ ਦੇ। ਇੱਕ ਸਾਡੇ ਵਿੱਚ, ਇੱਕ ਦੁਨੀਆ ਦੇ ਕੰਮ ਕਰਦੇ ਫਿਰਦੇ ਆ। ਇੱਕ ਸੂਖਮ ਰੂਪ ਹੈ ਉਹ ਵਰਤ ਰਿਹਾ, ਇੱਕ ਸਾਹਮਣੇ ਬੈਠੇ ਆ। ਬੜੇ ਕੌਤ ਕਿਵੇਂ ਹੁੰਦੇ ਸੀ। ਬਾਬਾ ਜੀ ਨੇ ਇੱਕ ਸੇਵਕ ਨੂੰ ਸੋਝੀ ਦੇ ਦਿੱਤੀ। ਜਦੋਂ ਬਾਬਾ ਜੀ ਆਪਣੇ ਬੈਠੇ ਹੁੰਦੇ ਸੀ ਧਿਆਨ 'ਚ, ਸਮਾਧੀ 'ਚ, ਸੰਗਤਾਂ ਉਡੀਕਦੀਆਂ ਹੁੰਦੀਆਂ ਸੀ, ਕਿਸੇ ਨਾਲ ਗੱਲ ਨਹੀਂ ਕਰਦੇ, ਆਉਂਦੇ ਨਹੀਂ।
ਦਰਵਾਜ਼ਾ ਨਹੀਂ ਖੋਲਦੇ। ਫਿਰ ਉਹਨਾਂ ਨੇ ਚਿੰਤਰਾਮ ਨੂੰ ਕਹਿਣਾ, ਚਿੰਤਰਾਮ ਤੈਨੂੰ ਪਤਾ ਹੈ। ਉਹਨੂੰ ਸੋਝੀ ਬਖਸ਼ੀ ਸੀ। ਬਾਬਾ ਜੀ ਨੂੰ ਆਵਾਜ਼ ਮਾਰ। ਚਿੰਤਰਾਮ ਕਹਿੰਦਾ ਬਾਬਾ ਜੀ ਇੱਧਰ ਸੰਗਤਾਂ ਢੀਕ ਰਹੀਆਂ ਨੇ ਤੇ ਤੁਸੀਂ ਬਦਰੀਨਾਥ ਤੁਰੇ ਫਿਰਦੇ ਜੀ। ਬਾਬਾ ਜੀ ਆ ਗਏ, ਕਹਿੰਦੇ ਉਹ ਤੈਨੂੰ ਇਹ ਸੋਝੀ ਦਿੱਤੀ ਸੀ ਵੀ ਤੂੰ ਗੁਪਤ ਰੱਖਣੀ, ਤੂੰ ਰੋਲਾ ਪਾਤਾ, ਜਾ ਫਿਰ ਅੱਜ ਤੋਂ ਬਾਅਦ ਤੂੰ ਬੋਲੇਂਗਾ ਹੀ ਨਹੀਂ। ਉਹ ਮਸਤ ਹੋ ਗਿਆ, ਪਤਾ ਹੋਏਗਾ ਤੈਨੂੰ ਪਰ ਤੂੰ ਬੋਲ ਨਹੀਂ ਸਕੇਗਾ। ਇੱਕ ਸੇਵਕ ਨੂੰ ਬਾਬਾ ਜੀ ਨੇ ਕਹਿਤਾ ਵੀ ਤੇਰੀ ਬਹੁਤ ਕਮਾਈ ਹੋ ਗਈ। ਕਹਿੰਦੇ ਇੰਨੀ ਕਮਾਈ ਵਾਲਾ ਮਰੇ 'ਚ ਵੀ ਜਾਨ ਪਾ ਦਿੰਦਾ। ਉਹ ਵਿਆਹ ਤੇ ਗਿਆ ਕੇਸਰ ਸਿੰਘ, ਉੱਥੇ ਮੌਤ ਹੋ ਗਈ। ਬੜਾ ਇੱਕ ਬਹੁਤ ਰੋਣ, ਬਹੁਤ ਕਰਲਾਉਣ, ਤੇ ਉਹ ਕਹਿੰਦਾ ਵੀ ਮੈਂ ਇਹਨੂੰ ਜੀਂਦਾ ਕਰਦੇ ਆ। ਕਿੰਨੇ ਦੁਖੀ ਹੁੰਦੇ ਪਏ ਪਰਿਵਾਰ, ਕਿੰਨੀਆਂ ਤਾਹਾਂ ਮਾਰਦੇ। ਇਸ਼ਨਾਨ ਪਾਣੀ ਕੀਤਾ, ਆਸਣ ਲਵਾਇਆ, ਜੋ ਪ੍ਰਸ਼ਾਦ ਬਣਾਉਣਾ ਸੀ, ਜੋ ਵਿਧੀ ਵਰਤਣੀ ਸੀ ਕੀਤੀ। ਇੱਧਰ ਬਾਬਾ ਜੀ ਨੂੰ ਪਤਾ ਲੱਗ ਗਿਆ ਵੀ ਮਰੇ ਨੂੰ ਜਵਾਉਣ ਲੱਗਾ। ਬਾਬਾ ਜੀ ਨੇ ਕਿਹਾ ਤੇਜ਼ ਤੋਂ ਤੇਜ਼ ਘੋੜੀ ਲੈ ਕੇ ਪਹੁੰਚੋ ਉਹਦੇ ਪਿੰਡ, ਉਹਨੂੰ ਬੈਠੇ ਹੋਏ ਨੂੰ ਉਠਾ ਲੈਣਾ ਬਾਹੋਂ ਫੜ ਕੇ। ਇੱਥੋਂ ਤੇਜ਼ ਤੋਂ ਤੇਜ਼ ਘੋੜੀ ਦੇ ਕੇ ਬੰਦੇ ਨੂੰ ਭਜਾਇਆ ਕਿ ਕੇਸਰ ਸਿੰਘ ਨੂੰ ਬੈਠੇ ਨੂੰ ਉਠਾ ਲੈਣਾ। ਉਹ ਮਰੇ ਨੂੰ ਜਿਉਣ ਵਾਸਤੇ ਬਹਿ ਗਿਆ ਸੀ। ਬਾਬਾ ਜੀ ਦੇ ਬਚਨ ਸੀ, ਕਮਾਈਆਂ ਸੀ ਵੀ ਇਹ ਤਾਂ ਬੜਾ ਅਨਰਥ ਹੋ ਜਾਏਗਾ। ਸੇਵਾਦਾਰ ਪਹੁੰਚ ਗਿਆ, ਬਾਹੋਂ ਫੜ ਕੇ ਉਠਾ ਲਿਆ। ਬਾਬਾ ਜੀ ਕਹਿੰਦੇ ਭਾਈ ਤੈਨੂੰ ਇਸ ਕਰਕੇ ਨਹੀਂ ਕਿਹਾ ਸੀ ਤੂੰ ਮਰਿਆਂ ਨੂੰ ਜਿਉਣ ਲੱਗ ਗਈ। ਇਹ ਤਾਂ ਕਮਾਈ ਦੀ ਗੱਲ ਕੀਤੀ ਸੀ ਵੀ ਹੁਣ ਕਮਾਈ ਇੰਨੀ ਹੋ ਗਈ ਇਹ ਸੰਗਤ 'ਚ, ਤੂੰ ਮਰਿਆਂ 'ਚ ਜਾਨ ਪਾ ਸਕਦਾ, ਪਰ ਜਾਨ ਪਾਉਣ ਵਾਸਤੇ ਨਹੀਂ ਤੈਨੂੰ ਕਿਹਾ ਸੀ। ਤੇਰੇ 'ਚ ਅਸੀਂ ਤਾਂ ਆਪਦੇ ਕੰਮ ਲੈਣ ਵਾਸਤੇ ਜਿਹੜਾ ਹੁਕਮ ਕਰਾਂਗੇ ਉਹੋ ਹੀ। ਇਹ ਕੋਈ ਸੇਵਕ ਬਹੁਤ ਸੋਝੀ ਰੱਖਦੇ ਸੀ, ਬਾਬਾ ਜੀ ਨੇ ਬਖਸ਼ੀ ਸੀ, ਬੰਦਗੀ ਕਰ ਕਰਕੇ ਆਈ ਸੀ। ਜਿੰਨਾ ਵੀ ਤੁਸੀਂ ਮਹਾਂਪੁਰਖਾਂ ਦੀ ਸੰਗਤ 'ਚ ਨਾਮ ਜਪੋਗੇ, ਸੰਭਾਲੋਗੇ, ਇਹ ਫਿਰ ਭਗਤੀ ਵਿੱਚ ਸ਼ਕਤੀ ਹੈ, ਇਹ ਆ ਜਾਣੀ ਹੈ ਤੇ ਉਹਨੂੰ ਸੰਭਾਲਣਾ ਬਹੁਤ ਔਖਾ ਹੈ। ਬਾਬਾ ਜੀ ਫਿਰ ਜਦੋਂ ਵੀ ਕੇਸਰ ਸਿੰਘ ਨੇ ਜਾਣਾ ਨਾ, ਬਾਬਾ ਜੀ ਕਹਿੰਦੇ ਪਰਸ਼ਰਾ ਕਰੋ ਇਹਦੀ, ਹੁਣ ਇਹਦੀ ਸ਼ਕਤੀ ਇੱਥੇ ਰੱਖ ਲਓ, ਖਾਲੀ ਭੇਜਣਾ। ਉੱਥੇ ਜਾ ਕੇ ਮਰੇ ਨਾ ਜਵਾਉਣ ਲੱਗ ਪਈ। ਫਿਰ ਜਦੋਂ ਵੀ ਉਹਨੇ ਆਗਿਆ ਲੈਣੀ ਤੇ ਬਾਬਾ ਜੀ ਕਹਿੰਦਾ ਹੁਣ ਜਿਹੜੀ ਤੇਰੀ ਸ਼ਕਤੀ ਅਸੀਂ ਇੱਥੇ ਰੱਖ ਲਈਏ, ਤੈਨੂੰ ਖਾਲੀ ਨੂੰ ਤੋਰੇ। ਐਵੇਂ ਹੀ ਭੇਜਦੇ ਰਹੇ, ਕਦੀ ਨਹੀਂ ਭੇਜਿਆ। ਫਿਰ ਐਵੇਂ ਇੱਕ ਵਾਰੀ ਭੇਜਤਾ ਤੇ ਗਲਤੀ ਕਰਨ ਲੱਗਾ ਸੀ, ਬਾਬਾ ਜੀ ਨੇ ਫਿਰ ਬਾਹੋਂ ਫੜ ਕੇ ਉਠਾਇਆ, ਇਹ ਕੰਮ ਨਹੀਂ ਕਰਨਾ। ਐਡੀ ਸਮਰੱਥਾ ਦੇ ਮਾਲਕ ਨੇ ਬਾਬਾ ਮਾਂ ਹਰਨਾਮ ਸਿੰਘ ਜੀ ਕਿ ਸੇਵਕਾਂ ਤੋਂ ਵੀ ਵੱਡੇ ਵੱਡੇ ਕੰਮ ਕਰਾ ਸਕਦੇ। ਇੱਕ ਨੰਬਰ। ਦੂਸਰਾ, ਐਡੀ ਸਮਰੱਥਾ ਦੇ ਮਾਲਕ ਨੇ ਕਿ ਇੱਥੇ ਵੀ ਬੈਠੇ ਨੇ ਤੇ ਉੱਥੇ ਵੀ ਕਰੀ ਜਾਂਦੇ ਆ। ਦੋ ਥਾਈਂ ਵਰਤਦੇ। ਜਿਸ ਮਹਾਂਪੁਰਖਾਂ ਦੀ ਚਰਨ ਧੂੜ ਲੈਣ ਵਾਸਤੇ ਸਾਧ ਸੰਗਤ ਦੇ ਵਿੱਚ ਆਏ ਆ, ਉਹਨਾਂ ਨੇ ਇਹ ਵੱਡਾ ਸਥਾਨ ਬਣਾਇਆ ਹੈ। ਵੱਡੀਆਂ ਮਿਹਰਾਂ, ਵੱਡੀਆਂ ਕਿਰਪਾ ਬਣਦੇ ਆ। ਦੂਰੋਂ ਦੂਰੋਂ ਸੰਗੀ ਝੋਲੀਆਂ ਅੱਡ ਕੇ ਆਉਂਦੇ ਆ। ਬਾਬਾ ਜੀ ਝੋਲੀਆਂ ਭਰਦੇ ਆ ਸਭ ਦੀਆਂ। ਸਾਨੂੰ ਬਾਬਾ ਕੁੰਨਨ ਸਿੰਘ ਜੀ ਤੇ ਬਾਬਾ ਖੇਮ ਸਿੰਘ ਜੀ ਮਹਾਰਾਜ ਦੱਸ ਗਿਆ ਬਈ ਆਹ ਥਾਂ ਬੜਾ ਵੱਡਾ ਜੀ,
ਬਾਬਾ ਖੇਮ ਸਿੰਘ ਜੀ ਮਹਾਰਾਜ ਕਹਿੰਦੇ 70 ਸਾਲ ਮੈਂ ਫਿਰਦਾ ਰਿਹਾ, ਗੱਲ ਨਹੀਂ ਬਣੀ। ਬਾਬਾ ਜੀ ਨੇ ਕਿਹਾ ਸੀ ਤੈਨੂੰ ਕੋਈ ਚੀਜ਼ ਦੇਵਾਂਗੇ ਵੱਡੀ, ਪਰ ਬਾਬਾ ਜੀ ਦੇ ਇਸ ਸਥਾਨ 'ਚ ਬੜੀਆਂ ਸ਼ਕਤੀਆਂ ਜੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਈ ਗੱਲ ਹੁੰਦੀ ਸੀ ਨਾ, ਨੱਠ ਜਾਓ, ਜਾ ਕੇ ਪੁੱਛੋ ਸਾਹਿਬ ਅਰਦਾਸ ਕਰਕੇ ਆ। ਇਹ ਸਾਨੂੰ ਦੱਸਣਾ ਸੀ, ਉਹਨਾਂ ਨੂੰ ਕੋਈ ਨਹੀਂ ਹੋਇਆ ਸੀ। ਉਹਨਾਂ ਨੇ ਸਾਨੂੰ ਸਮਤ ਦੇਣੀ ਸੀ ਕਿ ਭਾਈ ਇਹ ਵੱਡੀ ਦਰਗਾਹ ਜੇ, ਵੱਡਾ ਥਾਂ ਹੈ, ਸੇਵਾ ਕਰੋਗੇ ਤੇ ਝੋਲੀਆਂ ਭਰ ਲੋਗੇ ਆਪਦੀਆਂ। ਗੁਰੂ ਨਾਨਕ ਸਾਹਿਬ ਦਾ ਘਰ ਹੈ, ਸਾਖਸ਼ਾਤ ਗੁਰੂ ਨਾਨਕ ਸਾਹਿਬ ਇੱਥੇ ਵਰਤਦੇ ਆ। ਜਹਰਾ ਜ਼ਹੂਰ ਵਰਤਦੇ ਆ, ਹਾਜ਼ਰਾ ਹਜ਼ੂਰ ਵਰਤਦੇ ਆ। ਤੇ ਭਾਵਨਾ ਦੇ ਨਾਲ, ਸ਼ਰਧਾ ਨਾਲ ਸੇਵਾ ਕਰਿਓ, ਕੀਰਤਨ ਕਰਿਓ, ਪਾਠ ਕਰਿਓ, ਬਾਣੀ ਪੜ੍ਹਿਓ। ਇਹ ਪਿਛਲੇ ਜਨਮਾਂ ਦੀ ਕਮਾਈ ਇੱਥੇ ਲੈ ਕੇ ਆਈ, ਪਿਛਲੇ ਜਨਮਾਂ ਦੀ ਕਮਾਈ ਬਾਬਾ ਜੀ ਦੇ ਚਰਨਾਂ 'ਚ ਲੈ ਕੇ ਆਈ। ਇੱਥੋਂ ਜਿੰਨਾ ਲਾਹਾ ਖੱਟਿਆ ਜਾਂਦਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਭਾਈ ਇੱਥੇ ਆ ਕੇ ਨਾ ਸੁੱਤੇ ਰਹਿ ਜਿਓ, ਆ ਕੇ ਸੰਗਤ ਵਿੱਚ ਜ਼ਰੂਰ ਕੀਰਤਨ 'ਚ, ਰਹਿਣ ਸਬਾਈ 'ਚ ਹਾਜ਼ਰੀ ਭਰਿਓ ਤੇ ਸੁਖਮਨੀ ਸਾਹਿਬ ਦੇ ਪਾਠ ਸੰਗਤ ਦੇ ਨਾਲ ਕਰਿਓ। ਸਾਡੇ ਗੁਨਾਹ ਬਖਸ਼ੇ ਜਾਣ, ਸਾਡੇ ਪਾਪ ਧੋਤੇ ਜਾਣ। ਪੜ੍ਹ ਲਓ ਸਾਰੇ, ਲੱਗ ਜੇ ਗੁਰਾਂ ਦੇ ਲੇਖੇ। ਪਤਾ ਨਹੀਂ ਕੀ ਕੀ ਇਹਨੇ ਪਾਪ ਕਰਨੇ ਆ, ਕਿੱਥੇ ਕਿੱਥੇ ਧੱਕੇ ਖਾਣੇ ਆ, ਕੀ ਕੀ ਕੁਝ ਹੋਣਾ ਇਹਦੇ ਨਾਲ। ਇਹ ਪਾਪਾਂ ਵਾਲੀ ਜ਼ਿੰਦਗੀ ਹੈ। ਤੇ ਜੇ ਕਿਤੇ ਬਾਬਾ ਜੀ ਦੇ ਲੇਖੇ ਵਿੱਚ ਲੱਗ ਜਾਏ ਤੇ ਆਪਣੇ ਵੀ ਭਾਗ ਜਾਗ ਪੈਣ। ਜੇ ਇਹ ਪਾਪਣ ਜਿੰਦ ਮੇਰੀ ਲੱਗ ਜੇ ਗੁਰਾਂ ਦੇ ਲੇਖੇ, ਪਾਪਣ ਜਿੰਦ ਮੇਰੀ। 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 ਲੱਗ ਜੇ ਗੁਰਾਂ ਦੇ ਲੇਖੇ,
ਲੱਗ ਜੇ ਗੁਰਾਂ ਦੇ ਲੇਖੇ ਪਾਪਣ ਜਿੰਦ ਮੇਰੀ 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 ਸਾਧ ਸੰਗਤ ਦੇ ਵਿੱਚ ਪ੍ਰਦੇਸ਼ ਜਾ ਕੇ ਬੰਦਾ ਕਮਾਈਆਂ ਕਰਦਾ ਹੈ ਨਾ, ਕਈ ਨਹੀਂ ਵੀ ਕਰਦੇ। ਬਾਹਰ ਚਲੇ ਵੀ ਗਏ ਵਲਾਇਤ ਵਿੱਚ, ਕਈ ਤਾਂ ਘਰਦਿਆਂ ਦਾ ਬੇੜਾ ਯਾੜ ਪੈਸਾ ਯਾੜ ਕੇ ਆ ਗਏ। ਕਈਆਂ ਨੇ ਆਪਦਾ ਖਰਚਾ ਹੀ ਪੂਰਾ ਕੀਤਾ ਤੇ ਕਈਆਂ ਨੇ ਬਹੁਤ ਕਮਾਇਆ। ਇਸ ਤਰ੍ਹਾਂ ਦੇ ਲੋਕ ਹੁੰਦੇ ਆ ਨਾ। ਸਕੂਲ ਵਿੱਚ ਬੱਚੇ ਪੜ੍ਹਨ ਜਾਂਦੇ ਆ, ਕਈ ਨਸ਼ੇੜੀ ਨਿਕਲ ਜਾਂਦੇ ਨੇ, ਕਈ ਫੇਲ ਹੋ ਜਾਂਦੇ, ਕਈ ਪੜ੍ਹ ਕੇ ਮਸਾ ਪਾਸ ਹੀ ਹੁੰਦੇ ਆ, ਕਈ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਅਫਸਰ ਬਣ ਜਾਂਦੇ ਆ। ਇਹ ਜੋ ਸੰਸਾਰਕ ਕੰਮ ਹੈ ਨਾ, ਉਵੇਂ ਹੀ ਭਗਤੀ ਵਾਲਾ ਹੈ। ਇੱਥੇ ਵੀ ਇਸੇ ਤਰ੍ਹਾਂ ਕਿਸੇ ਨੇ ਕਮਾਈਆਂ ਕਰ ਕਰਕੇ ਝੋਲੀਆਂ ਭਰ ਲੈਣੀਆਂ, ਪਰਿਵਾਰ ਤੋਂ ਵੀ ਵਾਧੂ ਕਰ ਦੇਣੀ ਹੈ। ਕਈ ਬੰਦੇ ਇੱਥੇ ਆ ਕੇ ਗਵਾ ਕੇ ਵੀ ਜਾਂਦੇ ਆ, ਆਪਦੇ ਪੁੰਨ ਪਿਛਲੇ ਗਵਾ ਕੇ ਚਲੇ ਜਾਂਦੇ। ਜਿਹੜੇ ਪੁੰਨ ਇੱਥੇ ਲੈ ਕੇ ਆਏ ਸੀ ਨਾ, ਉਹ ਪੁੰਨ ਗਵਾ ਕੇ ਚਲੇ ਗਏ, ਫਿਰ ਇੱਥੇ ਆ ਨਹੀਂ ਸਕੇ। ਤੇ ਕਈ ਇੱਥੇ ਪੁੰਨ ਗਵਾ ਕੇ ਚਲੇ ਗਏ, ਆਪਦਾ ਖਰਚਾ ਜਿਹੜਾ ਲੈ ਕੇ ਆਏ ਸੀ। ਕਈਆਂ ਨੇ ਆਪਦਾ ਰੋਟੀ ਪਾਣੀ ਜੋਗਾ ਹੀ ਕੀਤਾ ਮਸਾਂ ਹੀ, ਤੇ ਕਈਆਂ ਨੇ ਭਾਈ ਪੰਡਾ ਬਣ ਲਿਆ। ਇਹ ਫਿਰ ਇਸ ਜਿਵੇਂ ਬਾਹਰਲੇ ਦੇਸ਼ ਜਾ ਕੇ ਲੋਕਾਂ ਨੇ ਵਪਾਰ ਕੀਤਾ, ਲਾਹਾ ਖਟਿਆ, ਇੱਥੇ ਵੀ ਇਸੇ ਤਰ੍ਹਾਂ। ਮਹਾਂਪੁਰਸ਼ਾਂ ਦੀ ਸੰਗਤ ਵਿੱਚ ਵੀ ਐਵੇਂ ਹੀ ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਲਾਹ ਖੱਟ ਕੇ ਘਰਾਂ ਨੂੰ ਚੱਲੀਏ, ਅੱਗੇ ਜਾ ਕੇ ਸੁਖ ਪਾਵਾਂਗੇ। ਗੁਰਮੁਖ ਲਾਹਾ ਲੈ ਗਏ ਤੇ ਮਨਮੁਖ ਉਹ ਮੂਲ ਵੀ ਗਵਾ ਕੇ ਚਲੇ ਗਏ। ਕਈ ਤਾਂ ਬਾਹਰ ਗਏ, ਉਹਨਾਂ ਨੇ ਮੂਲ ਵੀ ਗਵਾ ਲਿਆ, ਤੇ ਕਈ ਲਾਹਾ ਲੈ ਕੇ ਆਏ। ਇੱਥੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਹੁੰਦੀਆਂ, ਬੜੇ ਕਾਰਜ ਸੌਰਦੇ ਆ।
ਬੜੀਆਂ ਮੇਰਾ ਬਾਬਾ ਜੀ ਬੜੇ ਭੰਡਾਰ ਵੰਡਦੇ ਆ, ਤੇ ਜਿਹੜੇ ਗੁਰਮੁਖ ਨੇ ਉਹ ਫਿਰ ਜੋ ਕੁਝ ਮਿਲਦਾ ਇੱਥੋਂ ਝੋਲੀ ਵਿੱਚ ਪਾਈ ਜਾਵਾਂ, ਪੜੀ ਜਾਣੀ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਜੋ ਕੁਝ ਵੀ ਮਿਲਦਾ ਇੱਥੋਂ ਝੋਲੀ ਵਿੱਚ ਪਾਈ ਜਾਵਾਂ, ਜੋ ਕੁਝ ਵੀ ਮਿਲਦਾ ਇੱਥੋਂ ਝੋਲੀ ਵਿੱਚ ਪਾਈ ਜਾਵਾਂ। ਜੋ ਕੁਝ ਵੀ ਮਿਲਦਾ ਇੱਥੋਂ ਝੋਲੀ ਵਿੱਚ ਪਾਈ ਜਾਵਾਂ। ਕੁਝ ਵੀ ਮਿਲਦਾ ਇੱਥੋਂ ਝੋਲੀ ਵਿੱਚ ਪਾਈ ਜਾਵਾਂ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਬਚਨ ਹੀ ਅਮੋਲ ਤੇਰੇ ਹਿਰਦੇ ਵਸਾਈ ਜਾਵਾਂ। ਬਚਨੇ ਅਮੋਲ ਤੇਰੇ ਹਿਰਦੇ ਵਸਾਈ ਜਾਵਾਂ। ਉਹ ਬਚਨ ਹੀ ਅਮੋਲ ਤੇਰੇ ਹਿਰਦੇ ਵਸਾਈ ਜਾਵਾਂ। ਬਚਨੇ ਅਮੋਲ ਤੇਰੇ ਹਿਰਦੇ ਵਸਾਈ ਜਾਵਾਂ। ਤੇਰੇ ਦਰਬਾਰ ਤੇਰੇ ਦਰਬਾਰ ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰਦਮ ਮੈਂ ਗਾਈ ਜਾਵਾਂ। ਬਾਬਾ ਜੀ ਦੇ ਘਰ ਤੋਂ ਸਾਰੀਆਂ ਇਤਿਹਾਸ ਸਾਖੀਆਂ ਪੜੋ। ਇੱਕ ਗੁਰਮੁਖ ਕਹਿੰਦਾ ਮੇਰੇ ਨਾਲ ਕਦੀ ਧੋਖਾ ਨਹੀਂ ਹੋਇਆ, ਕਹਿੰਦਾ ਮੈਨੂੰ ਪਹਿਲੋਂ ਪਤਾ ਲੱਗ ਜਾਂਦਾ। ਮੈਂ ਕਿਹਾ ਕਿਵੇਂ? ਕਹਿੰਦੇ ਬਾਬੇ ਮਾਹਰ ਨਾਮ ਸਿੰਘ ਦੀਆਂ ਸਾਰੀਆਂ ਕਿਤਾਬਾਂ ਮੇਰੇ ਕੋਲ ਏ, ਰੋਜ਼ ਮੈਂ ਇੱਕ ਸਾਖੀ ਪੜ੍ਹ ਲੈਂਦਾ, ਇੱਕ ਦੋ ਸਾਖੀ, ਇੱਕ ਦੋ ਸਾਖੀਆਂ ਰੋਜ਼ ਪੜ੍ਹ ਲੈਂਦਾ ਤੇ ਮੈਨੂੰ ਦਿਨ ਦਾ ਗਿਆਨ ਹੋ ਜਾਂਦਾ ਹੈ। ਉਵੇਂ ਹੀ ਮੇਰੇ ਨਾਲ ਦਿਨ 'ਚ ਕੋਈ ਨਾ ਕੋਈ ਗੱਲ ਬੀਤਦੀ ਏ ਤੇ ਮੈਂ ਵਿੱਚੋਂ ਨਿਕਲ ਜਾਂਦਾ। ਕਹਿੰਦਾ ਇੱਕ ਦੋ ਸਾਖੀਆਂ ਬਾਬਾ ਜੀ ਦੀਆਂ ਰੋਜ਼ ਪੜ੍ਹਦਾ ਤੇ ਹਰ ਮੁਸ਼ਕਲ ਤੋਂ ਬਚ ਜਾਣਾ, ਹਰ ਥਾਂ ਤੇ ਗਿਆਨ ਹੋ ਜਾਂਦਾ। ਇਹ ਮਹਾਂਪੁਰਸ਼ਾਂ ਦਾ ਜਿਹੜਾ ਇਤਿਹਾਸ ਹੈ ਨਾ, ਸਾਖੀਆਂ, ਇਹ ਸੰਗਤ ਕਰਨ ਦੇ ਬਰਾਬਰ ਹੈ। ਤੁਸੀਂ ਦੋ ਸਾਖੀਆਂ ਨਿਤਨੇਮ ਕੀਤਾ ਹੈ, ਬਾਬਾ ਜੀ ਦੀਆਂ ਦੋ ਸਾਖੀਆਂ ਪੜ੍ਹ ਲਈਆਂ, ਬਾਬਾ ਆਨੰਦ ਸਿੰਘ ਜੀ ਦੀਆਂ ਪੜ੍ਹ ਲਈਆਂ, ਸਮਝੋ ਬਾਬਾ ਜੀ ਨਾਲ ਤੁਹਾਡੇ ਬਚਨ ਹੋ ਗਏ। ਬਾਤੇ ਲੋਕ ਤਾਂ ਜਦ ਵੀ ਕੋਈ ਮੁਸ਼ਕਲ ਗੱਲ ਬਣਦੀ ਹੈ ਨਾ, ਪੁੱਛੋ ਸਾਹਿਬ ਵਾਲੇ ਚੈਨਲ ਦਾ ਸੁੱਚ ਦੱਬ ਲੈਂਦੇ ਆ ਤੇ ਨਾਲ ਦੀ ਨਾਲ ਹੀ ਜਵਾਬ ਮਿਲ ਜਾਂਦਾ, ਕਿਉਂਕਿ ਸ਼ਕਤੀ ਵਾਲਾ ਸਥਾਨ ਹੈ। ਇੱਥੋਂ ਦੇ ਜਿਹੜੇ ਬੋਲ ਨੇ ਨਾ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਇਹ ਬਾਬਾ ਜੀ ਦੇ ਬੋਲ ਹੀ ਚੱਲਦੇ ਆ। ਕੋਈ ਵੀ ਬੋਲਦਾ ਹੋਵੇ, ਕੋਈ ਬਾਣੀ ਦੀ ਪੰਕਤੀ ਹੋਵੇ, ਸਾਡੇ ਲਈ ਉਹ ਗਿਆਨ ਹੁੰਦਾ ਹੈ।
ਉਹ ਸਾਨੂੰ ਸਮਝ ਦਿੰਦੀ, ਸੋਝੀ ਦਿੰਦੀ। ਬੋਲ ਸਹਾਈ ਹੁੰਦੇ ਨੇ। ਗੁਰਬਾਣੀ ਹੈ, ਗੁਰੂਆਂ ਦੀ ਪਵਿੱਤਰ ਬਾਣੀ ਹੈ, ਸਾਡੇ ਜੀਵਨ ਦਾ ਚਾਨਣ ਮੁਨਾਰਾ ਹੈ। ਚਾਨਣ ਹੈ। ਹਨੇਰੇ 'ਚ ਧੱਕੇ ਖਾਓਗੇ, ਇੱਧਰ ਉੱਧਰ ਟੱਕਰਾਂ ਮਾਰੋਗੇ, ਬੱਤੀ ਜਗਾ ਲਓ, ਲਾਈਟ ਜਗਾ ਲਓ, ਤੇ ਗੁਰਬਾਣੀ ਇਸ ਜਗ ਵਿੱਚ ਚਾਨਣ। ਗੁਰਬਾਣੀ ਪੜ੍ਹ ਲਓ, ਤੁਹਾਡੇ ਧਰਮ ਦੇ ਰਸਤੇ 'ਚ ਚਾਨਣ ਹੋ ਜਾਏਗਾ, ਲਾਈਟ ਜਗ ਪਏਗੀ। ਹਨੇਰੇ 'ਚ ਕੀ ਟੱਕਰਾਂ ਮਾਰੋਗੇ? ਗੁਰੂ ਸਾਹਿਬ ਦੀ ਬਾਣੀ ਦੀ ਟੇਕ ਲਵੋ। 10 ਗੁਰੂਆਂ ਦਾ ਇਤਿਹਾਸ ਹੈ, ਬਾਬਾ ਜੀ ਦਾ ਇਤਿਹਾਸ ਇੱਕੋ ਹੀ ਚੀਜ਼ ਹੈ, ਗੱਲ ਕੋਈ ਫਰਕ ਨਹੀਂ। ਗੁਰੂਆਂ ਦਾ ਇਤਿਹਾਸ, ਮਹਾਂਪੁਰਖਾਂ ਦਾ ਇਤਿਹਾਸ ਸਮੱਤ ਦਿੰਦਾ ਹੈ, ਬਖਸ਼ ਰਸਤਾ ਸਾਫ਼ ਕਰਦਾ ਹੈ। ਪ੍ਰਥਾਏ ਸੁਣ ਸਾਖੀ ਮਨ ਜਪ ਪਿਆਰ। ਕਹਿੰਦੇ ਸਾਖੀ ਸੁਣ ਲਾ, ਪਿਆਰ ਨਾਲ ਜਪ। ਪ੍ਰਹਿਲਾਦ ਉਦਰ ਅਜਾਮਲ ਉਦਰਿਆ ਕਹੇ ਏਕ ਬਾਰ। ਬਾਬਾ ਜੀ ਦਾ ਇਤਿਹਾਸ, ਸਾਖੀਆਂ ਪੜ੍ਹੋ, ਗੁਰੂਆਂ ਦਾ ਇਤਿਹਾਸ ਸਾਖੀ ਪੜ੍ਹ ਲਓ, ਬਾਬਾ ਆਨੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਲਓ, ਸਾਨੂੰ ਸਮੱਤ ਬਖਸ਼ੇਗਾ। ਸਾਡੇ ਅੰਗ ਸੰਗ ਸਹਾਈ ਨੇ ਸਤਿਗੁਰੂ, ਪਰ ਗੁਰਬਾਣੀ ਦੀ ਟੇਕ ਦੁਆਰਾ, ਗੁਰੂ ਦੇ ਆਸਰੇ ਦੁਆਰਾ ਇਹ ਜੀਵਨ ਦਾ ਜਿਹੜਾ ਪੈਂਡਾ ਇਹ ਤੈਅ ਕਰਨਾ ਹੈ। ਸਤਿਗੁਰੂ ਸਾਡੇ ਅੰਗ ਸੰਗ ਰਹਿਣ, ਸਦਾ ਸਹਾਈ ਹੋਣ। ਧੰਨ ਬਾਬਾ ਮਾਹਰ ਨਾਮ ਸਿੰਘ ਜੀ, ਜਿਨ੍ਹਾਂ ਦੀਆਂ ਧਨ ਕਮਾਈਆਂ ਨੇ, ਉਸ ਤੋਂ ਬਾਅਦ ਵੀ ਸਾਰਿਆਂ ਮਹਾਂਪੁਰਸ਼ਾਂ ਦੀਆਂ ਕਮਾਈਆਂ ਨੇ। ਬਾਬਾ ਖੇਮ ਸਿੰਘ ਜੀ ਮਹਾਂਪੁਰਸ਼ਾਂ ਦੀਆਂ ਬਹੁਤ ਵਡਿਆਈਆਂ ਨੇ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀਆਂ ਆਪਾਂ ਨੂੰ ਇਹ ਸੰਗਤ ਮਿਲੀ ਹੈ, ਤੇ ਬਸ ਜਿਹੜਾ ਰਸਤਾ ਮਾਰਗ ਮਿਲ ਗਿਆ ਹੈ ਨਾ, ਤੇ ਸਾਡੇ ਉਹ ਸਹਾਈ ਕਹਿੰਦੇ ਨੇ ਇੱਥੇ ਕਿਵੇਂ ਚੱਲਣਾ ਹੈ। ਕੋਈ ਸਿਆਣਪਾਂ ਨਹੀਂ ਚੱਲਦੀਆਂ, ਕੋਈ ਚਤਰਾਈਆਂ ਨਹੀਂ ਚੱਲਦੀਆਂ, ਕੋਈ ਇਹ ਨਹੀਂ ਚੱਲਦਾ ਕਿ ਬੜੀਆਂ ਤਾਕਤਾਂ ਨੇ ਮੇਰੇ ਕੋਲ। ਕਹਿੰਦੇ ਇੱਥੇ ਚੱਲਦਾ ਕੀ ਹੈ? ਚੱਲਦਾ ਹੈ ਜਦੋਂ ਵੀ ਕੋਈ ਇਹੋ ਜਿਹੀ ਘੜੀ ਬਣੀ ਤੇ ਗੁਰੂ ਨੂੰ ਚੇਤੇ ਕੀਤਾ, ਉਹਨੇ ਲੰਘਾ ਤਾ। ਜਹ ਜਹ ਅਵਸਰ ਆਏ ਬਣਿਓ ਹੈ ਤਹਿ ਤਹਿ ਹਰ ਧਿਆਇਓ। ਕੋਈ ਮਤਾ ਮਸੂਰਤ ਅਵਰ ਸਿਆਣਪ ਜਨ ਕੋ ਕਛੂ ਨਾ ਆਇਓ। ਕੋਈ ਮਤਾ ਪਕਾਉਣਾ ਨਹੀਂ ਆਉਂਦਾ, ਕੋਈ ਮਹੂਰਤ ਵੇਖਣਾ ਨਹੀਂ ਆਉਂਦਾ, ਕੋਈ ਸਿਆਣਪਾਂ ਨਹੀਂ ਹੈਗੀਆਂ। ਪਰ ਜਦੋਂ ਵੀ ਕੋਈ ਐਸੀ ਘੜੀ ਬਣਦੀ, ਫਿਰ ਗੁਰੂਆਂ ਨੂੰ ਆਰਾਧਨਾ ਹੈ, ਚੇਤੇ ਕਰਨਾ ਹੈ, ਤੇ ਸਤਿਗੁਰੂ ਫਿਰ ਬਾਹੋਂ ਫੜ ਕੇ ਪਾਰ ਕਰ ਦਿੰਦੇ ਆ, ਲੰਘਾ ਦਿੰਦੇ ਆ। ਹੁਣ ਪਾਠ ਦਾ ਸਮਾਂ ਹੀ, ਸਾਰੀਆਂ ਸੰਗਤਾਂ ਨੇ ਪਾਠ ਦੇ ਵਿੱਚ ਜੁੜਨਾ ਹੈ। ਜਿਹੜੇ ਬਾਹਰ ਜਾਂਦੇ ਆ ਉਹਨਾਂ ਸੁਖਮਨੀ ਸਾਹਿਬ ਤੋਂ ਪਹਿਲੋਂ ਆ ਜਾਣਾ, ਗੇਟਾਂ ਦੇ ਪਹਿਰਾ ਲਾ ਦੇਣਾ। ਉਸ ਜਦੋਂ ਸੁਖਮਨੀ ਸਾਹਿਬ ਸ਼ੁਰੂ ਹੋ ਜੇ ਫਿਰ ਨਹੀਂ ਆਉਣ ਦੇਣਾ ਕਿਸੇ ਨੂੰ, ਫਿਰ ਬਾਹਰ ਹੀ ਬੈਠਣਾ। ਜਪਜੀ ਸਾਹਿਬ ਸ਼ਬਦ ਹਜ਼ਾਰਿਆਂ ਦੇ ਹੁੰਦਿਆਂ ਸੰਗਤ ਵਿੱਚ ਆ ਜਾਣਾ। ਚਾਹ ਪਾਣੀ ਛਕ ਲਓ, ਜਲ ਪਾਣੀ ਲੈ ਲਓ, ਇਸ਼ਨਾਨ ਕਰ ਲਓ, ਛੇਤੀ ਕਰਿਆ ਕਰੋ। ਸਰੋਵਰ 'ਚ ਚੁੱਭੀ ਲਾਉਣ ਦਾ ਤਾਂ ਬੜਾ ਫਲ ਹੈ, ਪਾਲਾ ਪੂਲਾ ਕੋਈ ਨਹੀਂ ਲੱਗਦਾ, ਸਗੋਂ ਸਰੀਰ ਠੀਕ ਹੁੰਦਾ ਹੈ, ਪਾਲਾ ਦੂਰ ਹੁੰਦਾ ਹੈ। ਬਿਮਾਰੀ ਨਹੀਂ ਕੋਈ ਲੱਗਦੀ ਠੰਡੇ ਪਾਣੀ ਨਾਲ, ਬਿਮਾਰੀ ਦੂਰ ਹੁੰਦੀ ਹੈ। ਇਹ ਪਾਣੀ ਨਹੀਂ, ਇਹ ਅੰਮ੍ਰਿਤ ਹੈ। ਬਾਬਾ ਖੇਮ ਸਿੰਘ ਜੀ ਤੇ ਬਾਬਾ ਕੁੰਦਨ ਸਿੰਘ ਜੀ ਨੇ ਮਹਾਰਾਜ ਨੇ ਸ਼ੁਰੂ ਕੀਤੀ ਹੈ, ਦੋ ਵੱਡੀਆਂ ਸ਼ਕਤੀਆਂ ਨੇ। ਤੇ ਬਾਬਾ ਜੀ ਨੇ ਕੋਈ ਸਥਾਨ ਪਵਿੱਤਰ ਤੀਰਥ ਨਹੀਂ ਛੱਡਿਆ ਜਿੱਥੋਂ ਦਾ ਜਲ ਇੱਥੇ ਵਿੱਚ ਨਹੀਂ ਪਾਇਆ। ਬਾਬਾ ਜੀ ਦੇ ਕਈਆਂ ਨੂੰ ਕਹਿੰਦੇ ਭਾਈ ਉੱਥੋਂ ਬੋਤਲ ਭਰ ਕੇ ਲੈ ਜਾਓ ਸਰੋਵਰ ਤੋਂ, ਅੰਮ੍ਰਿਤ ਇੱਥੋਂ ਅੰਮ੍ਰਿਤ ਮਿਲਦਾ ਨਾ ਬਾਬਾ ਜੀ ਦਾ, ਮੱਟੀ ਦਾ ਅੰਮ੍ਰਿਤ ਵੀ, ਪਾਠਾਂ ਦਾ ਅੰਮ੍ਰਿਤ ਵੀ। ਤੇ ਬਾਬਾ ਜੀ ਕਹਿੰਦੇ ਸੀ ਅੰਮ੍ਰਿਤ
ਗੁਰੂ ਘਰ ਦੀ ਬੂੰਦ ਜਿਹੜੀ ਅੰਮ੍ਰਿਤ ਹੈ ਤੇ ਗੁਰੂ ਘਰ ਦੀ ਜਿਹੜੀ ਰਾਖ ਹੈ ਨਾ ਧੂੜੀ, ਇਹ ਦਵਾਈ ਹੈ। ਸੰਗਤਾਂ ਨੇ ਇਸ਼ਨਾਨ ਪਾਣੀ ਕਰਕੇ ਪਹੁੰਚ ਜਾਣਾ ਹੈ ਤੇ ਬਾਬਾ ਜੀ ਦੇ ਇਹ ਬਰਸੀ ਦਾ ਸਾਰਾ ਸੰਭਾਲੋ। ਇੱਕ ਵਾਰੀ ਸਾਰੇ ਪੜ੍ਹ ਲਓ, ਧੰਨ ਗੁਰੂ ਨਾਨਕ, ਧੰਨ ਬਾਬਾ ਹਰਨਾਮ ਸਿੰਘ ਜੀ। ਇਹ ਜੈ ਘਟ ਵਸੇ ਹਰ ਨਾਮ। ਇੱਥੇ ਤਾਂ ਹਰੀ ਨਾਮ ਬਾਬਾ ਜੀ ਦਾ ਨਾਮ ਹੀ ਮਹਾਂਪੁਰਖਾਂ ਨੇ ਹਰਨਾਮ ਸਿੰਘ ਰੱਖਿਆ ਸੀ, ਹੈ ਹੀ ਹਰੀ ਨਾਮ। ਇੱਥੇ ਹਰੀ ਨਾਮ ਦੀ ਹੀ ਵਡਿਆਈ ਹੈ। ਧੰਨ ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਸਦਾ ਅੰਗ ਸੰਗ ਰਹਿਣਾ ਜੀ। ਧੰਨ ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਸਦਾ ਅੰਗ ਸੰਗ ਰਹਿਣਾ ਜੀ। ਧੰਨ ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਸਦਾ ਅੰਗ ਸੰਗ ਰਹਿਣਾ ਜੀ। ਧੰਨ ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਪੁੱਛੋ ਵਾਲਿਆ, ਸਦਾ ਅੰਗ ਸੰਗ ਰਹਿਣਾ ਜੀ। ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਪੁੱਛੋ ਵਾਲਿਆ, ਸਦਾ ਅੰਗ ਸੰਗ ਰਹਿਣਾ ਜੀ। ਧੰਨ ਗੁਰੂ ਨਾਨਕ ਦੇਵ ਜੀ, ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਹਰਨਾਮ ਸਿੰਘ ਜੀ, ਰੂਮੀ ਵਾਲਿਆ, ਸਦਾ ਅੰਗ ਸੰਗ ਰਹਿਣਾ ਜੀ। ਗੁਰੂ ਨਾਨਕ ਦੇਵ ਜੀ, ਸਦਾ
ਧੰਨ ਗੁਰੂ ਨਾਨਕ ਦੇਵ ਜੀ ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਮਾਹਰ ਨਾਮ ਸਿੰਘ ਜੀ ਪੁੱਜੋ ਵਾਲਿਆ ਸਦਾ ਅੰਗ ਸੰਗ ਰਹਿਣਾ ਜੀ। ਗੁਰੂ ਨਾਨਕ ਦੇਵ ਜੀ ਸਦਾ ਅੰਗ ਸੰਗ ਰਹਿਣਾ ਜੀ। ਬਾਬਾ ਮਾਹਰ ਨਾਮ ਸਿੰਘ ਜੀ ਰੂਮੀ ਵਾਲਿਆ ਸਦਾ ਅੰਗ ਸੰਗ ਰਹਿਣਾ ਹਾਂਜੀ ਹਰ ਜਿਸ ਗਾਇਓ ਸੰਤ ਦੇ ਨਾਮ ਹਰ ਜਿਸ ਸਤਿ